ਸਾਹਿਬ ਜੀ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਬਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਬਲਿਹਾਰੀ ਗੁਰ ਆਪਨੇ ਦਿਉਹਾੜੀ ਸਦਵਾਰ। ਜਿਨੋ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਗੀ ਵਾਰ। ਜੇ ਸੋ ਚੰਦਾ ਯੁਗ ਮੈਂ ਸੂਰਜ ਚੜ੍ਹੈ ਹਜ਼ਾਰ। ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹ ਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੀ ਸਤ ਸੰਗੀ ਜਨੋ, ਆਓ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਪਿਆਰ ਨਾਲ ਸਰਵਣ ਕੀਤੇ ਨੇ। ਇਸੇ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੰਦੀ ਛੋੜ ਦਾਤਾ ਸਤਿਗੁਰਾਂ ਦਾ ਬੰਦੀ ਛੋੜ ਦਿਵਸ ਆ ਰਿਹਾ ਹੈ ਤੇ ਕੋਸ਼ਿਸ਼ ਕੀਤੀ ਹੈ ਕਿ ਅੱਜ ਤੋਂ ਲੈ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਜੀਵਨ ਦੀਆਂ ਅਮੋਲਕ ਵਿਚਾਰਾਂ ਆਪਾਂ ਸਾਰੇ ਜਣੇ ਮਿਲ ਕੇ ਸਾਂਝ ਪਾ ਸਕੀਏ, ਸਮਝ ਲੱਗ ਸਕੇ ਕਿ ਬੰਦੀ ਛੋੜ ਦਾਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਮ ਦੇ ਨਾਲ ਇੱਕ ਖਿਤਾਬ ਜੁੜਿਆ ਹੋਇਆ ਹੈ
ਉਹ ਕਿਹੜੀਆਂ ਬਖਸ਼ਿਸ਼ਾਂ ਹੋਈਆਂ, ਕਿਹੜੀਆਂ ਰਹਿਮਤਾਂ ਹੋਈਆਂ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿੰਨਾ ਕਿੰਨਾ ਉੱਤੇ ਬਖਸ਼ਿਸ਼ਾਂ ਕੀਤੀਆਂ। ਇਹ ਸਾਰਾ ਕੁਝ ਵਿਚਾਰਨ ਦਾ ਯਤਨ ਕਰਾਂਗੇ। ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਨੇ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਪਹਿਲੇ ਗੁਰੂ ਸਹਿਬਾਨਾਂ ਦੇ ਵਾਂਗ ਸੰਸਾਰ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦਿਆਂ ਹੋਇਆਂ ਪਾਵਨ ਬਾਣੀ ਬਖਸ਼ਿਸ਼ ਕੀਤੀ। ਤੇ ਸਭ ਤੋਂ ਵੱਡਾ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਕਾਰਜ ਕੀਤਾ, ਉਹ ਕਾਰਜ ਇਹ ਸੀ ਕਿ ਸਾਰੀ ਦੀ ਸਾਰੀ ਪਾਵਨ ਬਾਣੀ ਇੱਕ ਥਾਂ ਦੇ ਉੱਤੇ ਇਕੱਤਰ ਕਰਕੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦਾ ਪਹਿਲਾ ਪ੍ਰਕਾਸ਼ ਜਿਹੜਾ ਸੀ ਉਹ ਹਰਮੰਦਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ ਕਰ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੱਚ ਦਾ ਜਿਹੜਾ ਘਰ ਹੈ, ਇਹ ਉਦੋਂ ਤੋਂ ਪਹਿਲੇ ਦਿਨ ਤੋਂ ਲੈ ਕੇ ਹੀ ਜਿਹੜੇ ਸੱਚ ਤੋਂ ਕੰਨੀ ਕਤਰਾਉਂਦੇ ਸਨ, ਜਿਨ੍ਹਾਂ ਨੇ ਸੱਚ ਦੁਨੀਆ ਦੇ ਅੰਦਰ ਲੁਕਾ ਕੇ ਰੱਖ ਦਿੱਤਾ ਸੀ, ਉਹਨਾਂ ਦੀਆਂ ਨਜ਼ਰਾਂ ਵਿੱਚ, ਉਹਨਾਂ ਦੀਆਂ ਅੱਖਾਂ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਰੜਕਦਾ ਆ ਰਿਹਾ। ਅੱਜ ਇੱਕ ਇੰਨੀ ਵੱਡੀ ਰਹਿਮਤ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਰ ਦਿੱਤੀ ਦੁਨੀਆ ਦੇ ਅੰਦਰ। ਮੈਂ ਬੜੀ ਵਾਰੀ ਪਹਿਲਾਂ ਵੀ ਬੇਨਤੀ ਕਰਦਾ ਹੁੰਨਾ, ਜਿਹੜਾ ਦੁਨੀਆ ਦੇ ਅੰਦਰ ਧਰਮ ਪ੍ਰਚਲਿਤ ਰੱਖਣਾ ਹੋਵੇ, ਜਾਂ ਜਿਹੜੇ ਧਰਮ ਨੇ ਦੁਨੀਆ ਦੇ ਅੰਦਰ ਬਹੁਤ ਲੰਬਾ ਸਮਾਂ ਦੁਨੀਆ ਨੂੰ ਸੱਚ ਦਾ ਉਪਦੇਸ਼ ਦੇਣਾ ਹੋਵੇ, ਉਸ ਧਰਮ ਦੇ ਕੋਲ ਤਿੰਨ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਨੇ। ਉਹ ਤਿੰਨ ਚੀਜ਼ਾਂ ਨੇ, ਇੱਕ ਅਹਿਲੇ ਮੁਕਾਮ, ਇੱਕ ਅਹਿਲੇ ਨਿਜ਼ਾਮ ਤੇ ਇੱਕ ਅਹਿਲੇ ਕਲਾਮ। ਜਿਹੜੇ ਧਰਮ ਦੇ ਕੋਲ ਇਹ ਤਿੰਨ ਚੀਜ਼ਾਂ ਨੇ, ਉਹ ਦੁਨੀਆ ਦੇ ਅੰਦਰ ਉਹ ਧਰਮ ਜਿਹੜਾ ਹੈ ਉਹ ਸਦੀਵੀ ਕਾਲ ਵਾਸਤੇ ਚੱਲਦਾ। ਹੁਣ ਬੇਨਤੀ ਕਰਾਂ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਤੱਕ ਹਰਮੰਦਰ ਸਾਹਿਬ ਜੀ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਨਾਮ ਹੈ ਨਾ, ਗੁਰਦੁਆਰਾ ਸਾਹਿਬ ਨਾਮ ਹੈ ਜਿਹੜਾ, ਹਰਮੰਦਰ ਸਾਹਿਬ ਤੋਂ ਪਹਿਲਾਂ ਦੁਨੀਆ ਦੇ ਵਿੱਚ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਹੈ। ਸਭ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਹਰਮੰਦਰ ਸਾਹਿਬ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਿੱਤਰ ਨਗਰੀ। ਸਭ ਤੋਂ ਪਹਿਲਾਂ ਇਸ ਸਥਾਨ ਦੇ ਉੱਤੇ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ। ਉਸ ਤੋਂ ਪਹਿਲਾਂ ਜਿੱਥੇ ਗੁਰੂ ਸਾਹਿਬਾਨ ਦੀ ਰਿਹਾਇਸ਼ ਹੋਇਆ ਕਰਦੀ ਸੀ, ਉੱਥੇ ਹੀ ਸਤਿਗੁਰੂ ਜੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਿਆ ਕਰਦੇ ਸੀ। ਉੱਥੇ ਹੀ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੀਆਂ, ਉੱਥੇ ਹੀ ਆ ਕੇ ਗੁਰੂ ਸਾਹਿਬਾਂ ਦੇ ਦੀਦਾਰੇ ਕਰਦੀਆਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਰਹਿਮਤ ਕੀਤੀ। ਸਭ ਤੋਂ ਪਹਿਲਾਂ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਸੀ ਕਿ ਇਹ ਧਰਮ ਦੇ ਕੋਲ ਹੋਣੀ ਚਾਹੀਦੀ ਸੀ, ਉਹ ਸੀ ਅਹਿਲੇ ਕਲਾਮ। ਅਹਿਲੇ ਕਲਾਮ ਦਾ ਅਰਥ ਹੈ ਕਿ ਉਹਨਾਂ ਨੇ ਪਵਿੱਤਰ ਬਾਣੀ ਦੇ ਬਚਨਾਂ ਨੂੰ ਸੰਭਾਲ ਕੇ ਰੱਖਿਆ ਹੋਵੇ। ਉਹ ਧਰਮ ਨੇ ਆਪਣੇ ਮੁਰਸ਼ਦ ਦੀ ਪਵਿੱਤਰ ਬਾਣੀ ਦੇ ਬਚਨਾਂ ਨੂੰ ਸੰਭਾਲ ਕੇ ਰੱਖਿਆ ਹੋਵੇ, ਜਿਹੜੇ ਬਚਨ ਸਦੀਵੀ ਕਾਲ ਵਾਸਤੇ ਚੱਲਣੇ ਹੋਣ। ਉਹ ਵੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਰਹਿਮਤ ਬਖਸ਼ੀ ਕੀਤੀ। ਅਹਿਲੇ ਮੁਕਾਮ, ਸਤਿਗੁਰਾਂ ਨੇ ਅਜੇ ਬਾਣੀ ਨੂੰ ਇਕੱਤਰ ਕਰਨ ਦੀ ਵਿਉਂਤ ਬਣਾਈ ਹੈ। ਮੈਂ ਤਾਂ ਪਹਿਲਾਂ ਬੇਨਤੀ ਕੀਤੀ ਹੈ ਕਿਉਂਕਿ ਜਿਹੜਾ ਅਹਿਲੇ ਕਲਾਮ ਹੈ ਨਾ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਕਰ ਦਿੱਤਾ ਸੀ। ਵੈਸੇ ਭਗਤ ਸਾਹਿਬਾਨਾਂ ਨੇ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦਾ ਆਰੰਭ ਕੀਤਾ ਹੋਇਆ ਸੀ, ਪਰ ਉਹ ਰਹਿਮਤ ਗੁਰੂ ਸਾਹਿਬ ਜੀ ਦੀ ਹੈ। ਭਗਤ ਸਾਹਿਬਾਨਾਂ ਨੂੰ ਬਾਣੀ ਤੇ ਉਹਨਾਂ ਦੀ ਬਾਣੀ ਤੇ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਵਿੱਚ ਕੋਈ ਕਿਸੇ ਤਰ੍ਹਾਂ ਦਾ ਮਤਭੇਦ ਨਹੀਂ ਹੈ।
ਪਰ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਬਾਣੀ ਜਿਹੜੀ ਉਹਨਾਂ ਦੇ ਨਗਰਾਂ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਹੀ ਰਹਿ ਗਈ ਸੀ। ਅੱਜ ਭਾਵੇਂ ਦੁਨੀਆ ਦੇ ਅੰਦਰ ਤੁਸੀਂ ਝਾਤ ਮਾਰ ਕੇ ਦੇਖੋ, ਵੱਖਰੇ ਵੱਖਰੇ ਆਪਣੇ ਆਪਣੇ ਧਰਮ ਸਥਾਪਿਤ ਕਰਕੇ ਲੋਕ ਬੈਠੇ ਹੋਏ ਨੇ। ਕਈਆਂ ਦਾ ਅੱਜ ਤੁਸੀਂ ਦੇਖਿਓ ਦੁਨੀਆ ਅੰਦਰ ਝਾਤ ਮਾਰ ਕੇ ਕਈ ਆ ਵੀ ਗੱਲ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਮੁਰਸ਼ਿਦ ਨੇ, ਗੁਰੂ ਨੇ ਭਗਤ ਕਬੀਰ ਸਾਹਿਬ ਨੇ, ਅਣਜਾਣ ਪੁਣੇ ਵਿੱਚ ਉਹਨਾਂ ਨੂੰ ਸਮਝ ਨਹੀਂ ਇਸ ਗੱਲ ਦੀ। ਭਗਤ ਕਬੀਰ ਸਾਹਿਬ ਜੀ ਨੂੰ ਪ੍ਰਗਟ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਾਸ਼ੀ ਦੀ ਧਰਤੀ ਦੇ ਉੱਤੇ ਜਾ ਕੇ ਉਹਨਾਂ ਦੇ ਪਾਵਨ ਬਚਨ ਜਿਹੜੇ ਸਨ, ਪਾਵਨ ਬਾਣੀ ਦੇ, ਉਹਨਾਂ ਦੇ ਕੋਲੋਂ ਲਿਖ ਕੇ ਲੈ ਕੇ ਆਏ ਗੁਰੂ ਨਾਨਕ ਸਾਹਿਬ ਮਹਾਰਾਜ। ਉਹਨਾਂ ਨੇ ਪ੍ਰਗਟ ਕੀਤਾ ਸੰਸਾਰ ਦੇ ਅੰਦਰ। ਨਹੀਂ ਤਾਂ ਭਗਤ ਕਬੀਰ ਸਾਹਿਬ ਜੀ ਨੂੰ ਤਾਂ ਵੱਖਰੇ ਵੱਖਰੇ ਤਸੀਹੇ ਦਿੱਤੇ ਜਾਂਦੇ ਨੇ ਜਦੋਂ ਸੱਚ ਬੋਲਦੇ ਨੇ। ਉੱਥੇ ਬਾਣੀ ਉਹਨਾਂ ਨੇ ਬਖਸ਼ੀ ਕੀਤੀ ਹੋਈ ਹੈ। ਸੋ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਹੜਾ ਅਹਿਲੇ ਕਲਾਮ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਕਰ ਦਿੱਤਾ ਸੀ। ਸਤਿਗੁਰਾਂ ਨੇ ਪਾਵਨ ਬਾਣੀ ਬਖਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਔਰ ਦੂਜੀ ਗੱਲ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਵੀ ਦੇ ਦਿੱਤਾ ਸੀ ਕਿ ਜਿਹੜਾ ਮੇਰਾ ਗੁਰੂ ਹੈ ਨਾ ਉਹ ਸ਼ਬਦ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰਾ ਕੁਝ ਹੋਣਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਤਾਂ ਕਹਿ ਦਿੱਤਾ ਪਹਿਲੇ ਜਾਮੇ ਦੇ ਵਿੱਚ ਹੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ ਤੇ ਮੇਰੀ ਸੁਰਤ ਚੇਲਾ। ਜਿਹੜਾ ਅਹਿਲੇ ਮੁਕਾਮ ਹੈ ਉਹ ਬਾਣੀ ਇਕੱਤਰ ਕਰਨ ਤੋਂ ਪਹਿਲਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ, ਜਿੱਥੇ ਜਾ ਕੇ ਆਪ ਜੀ ਅੱਜ ਵੀ ਦਿਦਾਰੇ ਕਰਕੇ ਆਪਣੇ ਮਨ ਨੂੰ ਐਨ ਬਿਲਕੁਲ ਸ਼ਾਂਤ ਅਵਸਥਾ ਵਿੱਚ ਲੈ ਕੇ ਆਉਂਦੇ ਹੋ, ਉਹ ਸਥਾਨ ਜਿਹੜਾ ਸੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਹਿਲਾਂ ਤਿਆਰ ਕਰਵਾਇਆ ਤੇ ਫਿਰ ਬਾਣੀ ਇਕੱਤਰ ਕਰਕੇ ਫਿਰ ਬਾਅਦ ਵਿੱਚ ਪ੍ਰਕਾਸ਼ ਕੀਤਾ। ਬਾਣੀ ਇਕੱਤਰ ਕਰਨ ਤੋਂ ਪਹਿਲਾਂ ਉਹ ਸਥਾਨ ਜਿਹੜਾ ਸੀ ਉਹ ਐਨ ਬਿਲਕੁਲ ਤਿਆਰ ਕਰ ਲਿਆ ਵੀ ਪ੍ਰਕਾਸ਼ ਕੀਤਾ ਕਿੱਥੇ ਜਾਣਾ। ਅਹਿਲੇ ਕਲਾਮ ਤੇ ਅਹਿਲੇ ਮੁਕਾਮ ਦੋਨੋਂ ਮੁਕੰਮਲ ਹੋ ਚੁੱਕੇ ਸੀ। ਹੁਣ ਅਹਿਲੇ ਨਿਜ਼ਾਮ ਚਾਹੀਦਾ ਸੀ। ਨਿਜ਼ਾਮ ਦਾ ਅਰਥ ਹੁੰਦਾ ਪ੍ਰਬੰਧ। ਉਹ ਪ੍ਰਬੰਧ ਜਿਹੜਾ ਸੀ ਅਕਾਲ ਤਖਤ ਬਣਾ ਕੇ ਪ੍ਰਬੰਧ ਵੀ ਬਣਾ ਦਿੱਤਾ ਗਿਆ। ਹੁਣ ਸਿੱਖ ਜਗਤ ਦੀ ਝੋਲੀ ਦੇ ਵਿੱਚ ਸਤਿਗੁਰਾਂ ਨੇ ਤਿੰਨੇ ਚੀਜ਼ਾਂ ਪਾ ਦਿੱਤੀਆਂ। ਅਹਿਲੇ ਕਲਾਮ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ। ਅਹਿਲੇ ਨਿਜ਼ਾਮ ਜਿਹੜਾ ਉਹ ਅਕਾਲ ਤਖਤ ਹੈ। ਸਤਿਗੁਰਾਂ ਨੇ ਕਿਰਪਾ ਰਹਿਮਤ ਬਖਸ਼ੀ ਕੀਤੀ, ਸਾਰਾ ਕੁਝ ਤਿਆਰ ਕਰਕੇ ਸਿੱਖ ਦੀ ਝੋਲੀ ਵਿੱਚ ਪਾ ਦਿੱਤਾ। ਮੈਂ ਪਿੱਛੇ ਵੀ ਕਈ ਵਾਰੀ ਬੇਨਤੀ ਕੀਤੀ ਹੈ, ਜਦੋਂ ਆਪਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪਾਵਨ ਜੀਵਨ ਪੜ੍ਹਦੇ ਆ ਨਾ, ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪਾਵਨ ਬਚਨਾਂ ਦੇ ਅੰਦਰ ਬਖਸ਼ੀ ਕੀਤੀ ਸੀ ਕਿ ਸਿੱਖਾ, ਮੈਂ ਤੇਰੇ ਵਾਸਤੇ ਇੱਕ ਐਸਾ ਭੋਜਨ ਤਿਆਰ ਕਰਨ ਲੱਗਿਆ, ਤੇਰੇ ਵਾਸਤੇ ਐਸਾ ਭੋਜਨ ਤਿਆਰ ਕਰਨ ਲੱਗਿਆ ਵਾ, ਜੇ ਤੂੰ ਕਿਤੇ ਇਸ ਭੋਜਨ ਨੂੰ ਛਕ ਲਵੇਂ, ਤੂੰ ਇਹ ਭੋਜਨ ਦਾ ਆਹਾਰ ਕਰ ਲਵੇਂ, ਤੇ ਰਹਿੰਦੀ ਦੁਨੀਆ ਤੱਕ ਤੇਰੀ ਹਸਤੀ ਨੂੰ ਕੋਈ ਮਿਟਾ ਨਹੀਂ ਸਕਦਾ। ਉਹ ਭੋਜਨ ਸਤਿਗੁਰਾਂ ਨੇ ਕਿਹਾ ਸੀ, ਥਾਲ ਵਿੱਚ ਤਿੰਨ ਵਸਤੂ ਪਈਓ, ਜਿਹੜਾ ਆਪਾਂ ਮੁੰਦਾਵਣੀ ਮਹੱਲਾ ਪੰਜਵਾਂ ਪੜ੍ਹਦੇ। ਮੁੰਦਾਵਣੀ ਦਾ ਨਾਮ ਆਇਆ, ਥੋੜੀ ਜਿਹੀ ਮੈਂ ਬੇਨਤੀ ਕਰਦੇ ਆ। ਮੁੰਦਾਵਣੀ ਜਿਹੜੀ ਹੈ ਨਾ, ਮੁੰਦਾਵਣੀ ਦਾ ਅਰਥ ਹੁੰਦਾ ਸੀ ਕਿ ਇੱਕ ਰਾਜਾ ਦੂਸਰੇ ਰਾਜੇ ਨੂੰ ਆਪਣੇ ਕੋਲੋਂ ਇੱਕ ਮੁੰਦਾਵਣੀ ਭੇਜਦਾ, ਜਿਹਨੂੰ ਆਪਾਂ ਚਿੱਠੀ ਕਹਿੰਦੇ ਆ। ਚਿੱਠੀ ਭੇਜਦਾ ਸੀ। ਜਿਹੜੇ ਰਾਜੇ ਨੇ, ਇੱਕ ਰਾਜੇ ਨੇ ਭੇਜੀ ਆ ਤੇ ਦੂਜਾ ਰਾਜਾ ਹੀ ਉਸ ਨੂੰ ਖੋਲ ਸਕਦਾ ਸੀ, ਉਹਦੇ ਤੋਂ ਬਿਨਾ ਕੋਈ ਦੂਜਾ ਨਹੀਂ ਸੀ ਖੋਲ ਸਕਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਰਹਿਮਤ ਬਖਸ਼ੀ ਕੀਤੀ। ਜਿੰਨੀ ਉਸ ਵੇਲੇ ਦੀ ਪਾਵਨ ਬਾਣੀ ਸੀ ਉਹ ਸਾਰੀ ਦੀ ਸਾਰੀ ਇੱਕ ਗ੍ਰੰਥ ਦੇ ਵਿੱਚ ਇਕੱਤਰ ਕਰਕੇ ਉਹ ਬਾਣੀ ਤੋਂ ਅਖੀਰ ਦੇ ਵਿੱਚ ਸਤਿਗੁਰਾਂ ਨੇ ਲਿਖਿਆ ਮੁੰਦਾਵਣੀ ਮਹੱਲਾ ਪੰਜਵਾਂ। ਉਹ ਮੁੰਦਾਵਣੀ ਜਿਹੜੀ ਸੀ ਗੁਰੂ ਸਾਹਿਬ ਤੋਂ ਬਿਨਾ ਕੋਈ ਖੋਲ ਨਹੀਂ ਸੀ ਸਕਦਾ। ਭਾਵ ਕਿ ਜਿਹੜੀ ਬਾਣੀ ਜਿਹੜੀ ਹੈ, ਜਿੰਨੀ ਬਾਣੀ ਉਸ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੱਕ ਉਸ ਸਮੇਂ ਤੱਕ ਬਖਸ਼ੀ ਕੀਤੀ ਗਈ, ਸਤਿਗੁਰਾਂ ਨੇ ਸਾਰੀ ਬਾਣੀ ਇਕੱਤਰ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਾਰੀ ਦਰਜ ਕਰਕੇ ਉਸ ਤੋਂ ਬਾਅਦ ਮੁੰਦਾਵਣੀ ਲਗਾ ਦਿੱਤੀ ਵੀ ਇਹਦੇ ਤੋਂ ਬਾਅਦ ਕੋਈ ਗੁਰੂ ਸਾਹਿਬਾਨ ਆ ਕੇ ਮੁੰਦਾਵਣੀ ਨੂੰ ਖੋਲ ਸਕਦਾ, ਹੋਰ ਕੋਈ ਨਹੀਂ ਖੋਲ ਸਕਦਾ।
ਉਹ ਮੁਦਾਵਣੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੋਲ ਕੇ, ਕਿਉਂਕਿ ਉਹਨਾਂ ਰਾਜਿਆਂ ਦੀ ਗੱਲ ਸੀ ਨਾ, ਇੱਥੇ ਪਾਤਸ਼ਾਹਾਂ ਦੀ ਗੱਲ ਹੈ। ਇੱਥੇ ਪੰਜਵੇਂ ਪਾਤਸ਼ਾਹ ਦੀ ਮੁਦਾਵਣੀ ਲਗਾਈ ਤੇ ਮੁਦਾਵਣੀ ਨੂੰ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਮੁਦਾਵਣੀ ਨੂੰ ਖੋਲ ਕੇ ਧੰਨ ਗੁਰੂ ਅਰਜਨ ਸਾਹਿਬ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ 116 ਸ਼ਬਦ ਤੇ ਸ਼ਲੋਕ ਉਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਵਾਲੀ ਮੁਦਾਵਣੀ ਜਿਹੜੀ ਸੀ ਉਹ ਫੇਰ ਅੱਗੇ ਲਗਾ ਦਿੱਤੀ। ਅੱਜ 9ਵੇਂ ਪਾਤਸ਼ਾਹ ਸ਼ਲੋਕਾਂ ਤੋਂ ਬਾਅਦ ਵਿੱਚ ਪੜ੍ਹਦੇ ਆਪਾਂ ਮੁਦਾਵਣੀ ਮਹਲਾ ਪੰਜਵਾਂ। ਫਿਰ ਅੱਗੇ ਗੁਰੂ ਸਾਹਿਬ ਜੀ ਨੇ ਉਹ ਮੁਦਾਵਣੀ ਲਗਾ ਦਿੱਤੀ ਵੀ ਇਹ ਮੁਦਾਵਣੀ ਨੂੰ ਕੋਈ ਖੋਲ ਨਹੀਂ ਸਕਦਾ। ਭਾਵ ਕਿ ਅੱਜ ਤੋਂ ਬਾਅਦ, ਇਹਦਾ ਅਰਥ ਇਹ ਸੀ ਅੱਜ ਤੋਂ ਬਾਅਦ ਜਿਹੜੀ ਰੱਬੀ ਬਾਣੀ ਹੈ ਉਹ ਰੱਬੀ ਬਾਣੀ ਬਖਸ਼ਿਸ਼ ਕਰਨ ਵਾਲਾ ਕੋਈ ਦੁਨੀਆ ਦੇ ਵਿੱਚ ਨਹੀਂ ਆਵੇਗਾ। ਕਿਸੇ ਦੇ ਬਚਨ, ਕਿਸੇ ਦੇ ਕਿੰਨੇ ਵੀ ਵਧੀਆ ਬੋਲ ਹੋਣ, ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨਹੀਂ ਕੀਤੇ ਜਾਣਗੇ। ਸਤਿਗੁਰਾਂ ਨੇ ਸਾਰੀ ਕਿਰਪਾ ਰਹਿਮਤ ਬਖਸ਼ੀ ਕੀਤੀ ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਪਾਵਨ ਦਰਬਾਰ, ਪਾਵਨ ਘਰ ਜਿਹੜਾ ਸੀ, ਲੋਕ ਜਾਤਾਂ ਪਾਤਾਂ ਦੇ ਮਜ਼ਹਬਾਂ ਤੋਂ ਉੱਠ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚੋਂ ਸਿੱਖੀ ਦੀ ਦਾਤ ਮੰਗਣ ਲੱਗੇ, ਸਿੱਖੀ ਨੂੰ ਧਾਰਨ ਕਰਨ ਲੱਗੇ। ਸਖੀ ਸਰਵੜੀਏ ਜਿਹੜੇ ਸਨ ਉਹ ਬਹੁਤ ਵੱਡੀ ਗਿਣਤੀ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਨੇ। ਪਿੱਛੇ ਵਿਚਾਰੇ ਆਪਾਂ ਭਾਈ ਮੰਝ ਜੀ ਜਿਹੜੇ ਉਹ ਵੀ ਸਖੀ ਸਰਵੜੀਏ ਆਏ ਨੇ। ਬਹੁਤ ਵੱਡੀ ਗਿਣਤੀ ਵਿੱਚ ਧੜਾ ਧੜ ਲੋਕ ਜਦੋਂ ਆਪਣਾ ਸਾਰਾ ਕੁਝ ਤਿਆਗ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਣ ਲੱਗੇ। ਬਾਕੀ ਧਰਮਾਂ ਨੂੰ, ਮੈਂ ਧਰਮ ਕਹਿ ਰਿਹਾ, ਵੈਸੇ ਸੱਚ ਦਾ ਰਾਹ ਆ, ਬਾਕੀ ਧਰਮਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਕਿ ਕਮਾਲ ਦੀ ਗੱਲ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਲੋਕ, ਕੋਈ ਹਿੰਦੂ ਹੋਵੇ, ਕੋਈ ਮੁਸਲਮਾਨ ਹੈ, ਕੋਈ ਜੈਨੀ ਹੈ, ਕੋਈ ਬੋਧੀ ਹੈ, ਜਿਹਨੂੰ ਸੱਚ ਦੀ ਗੱਲ ਪਤਾ ਲੱਗ ਜਾਂਦੀ, ਸੱਚ ਦੀ ਵਿਚਾਰ ਪਤਾ ਲੱਗ ਜਾਂਦੀ ਏ, ਉਹ ਸਾਰਾ ਕੁਝ ਛੱਡ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਆ ਕੇ ਸਿੱਖੀ ਧਾਰਨ ਕਰ ਰਿਹਾ। ਭਾਈ ਮੰਝ ਜੀ ਜਿਹੜੇ ਸਨ ਉਸ ਵੇਲੇ 85 ਪਿੰਡਾਂ ਦੇ ਚੌਧਰੀ ਨੇ, ਕੋਈ ਮਾੜੀ ਮੋਟੀ ਗੱਲ ਨਹੀਂ ਸੀ, ਸਾਰਾ ਕੁਝ ਛੱਡ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਗਏ। ਬਹੁਤ ਵੱਡਾ ਖਤਰਾ ਮੰਡਰਾਉਣ ਲੱਗਾ ਜਦੋਂ ਕਿ ਇਸ ਘਰ ਵਿੱਚ ਆਉਣ ਵਾਸਤੇ ਅੱਜ ਤੱਕ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਗਈ। ਅੱਜ ਤੱਕ ਕਿਸੇ ਨਾਲ ਜ਼ਬਰਦਸਤੀ ਨਹੀਂ ਕੀਤੀ ਗਈ ਵੀ ਤੂੰ ਆਹ ਘਰ ਦੇ ਵਿੱਚ, ਤੈਨੂੰ ਇਹ ਘਰ ਦੇ ਵਿੱਚ ਆਇਆ, ਤੈਨੂੰ ਪ੍ਰਵਾਨ ਕਰਨਾ ਪੈਣਾ। ਹਾਂ, ਜਿਹੜਾ ਆਪਣੇ ਮਨ ਦੇ ਅੰਦਰ ਸਿੱਖੀ ਨੂੰ ਟਿਕਾ ਕੇ, ਸੱਚ ਨੂੰ ਟਿਕਾ ਕੇ ਕਹਿੰਦਾ ਵੀ ਮੈਨੂੰ ਸਿੱਖੀ ਦੀ ਦਾਤ ਚਾਹੀਦੀ ਹੈ, ਉਹਦੇ ਵਾਸਤੇ ਵੀ ਰਹਿਤ ਮਰਿਆਦਾ ਆਪਾਂ ਪਿਛਲੇ ਸਮੇਂ ਵਿੱਚ ਵਿਚਾਰ ਚੁੱਕੇ ਹਾਂ। ਉਹਦੇ ਵਿੱਚ ਵੀ ਰਹਿਤ ਮਰਿਆਦਾ ਦੇ ਬਚਨ ਨੇ, ਉਹਨੂੰ ਸਿੱਖੀ ਦੇ ਗੁਣ ਦੱਸੇ ਜਾਣ, ਉਹਨੂੰ ਸਿੱਖੀ ਦੇ ਕਾਇਦੇ ਦੱਸੇ ਜਾਣ। ਜੇ ਉਹਨੂੰ ਮਨਜ਼ੂਰ ਹੋਣ ਤੇ ਉਹ ਗੁਰੂ ਦੇ ਜੇ ਚਰਨਾਂ ਵਿੱਚ ਆ ਕੇ ਸਿੱਖੀ ਧਾਰਨ ਕਰ ਸਕਦਾ। ਜ਼ਬਰਦਸਤੀ ਕਿਸੇ ਨਾਲ ਨਾ ਹੀ ਅਜੇ ਤੱਕ ਕੀਤੀ ਗਈ ਹੈ। ਅੱਜ ਭਾਵੇਂ ਦੁਨੀਆ ਦੇ ਅੰਦਰ ਧੁਰ ਤੋਂ ਹੀ ਲੈ ਕੇ ਚੱਲਦਾ ਆ ਰਿਹਾ, ਕੋਈ ਧੋਖੇ ਨਾਲ, ਕੋਈ ਖਰੀਦ ਕੇ, ਕਿ ਕਿੰਨੇ ਤਰੀਕੇ ਦੁਨੀਆ 'ਚ ਵਰਤ ਰਹੀ ਹੈ ਵੀ ਮੇਰੇ ਧਰਮ ਦੇ ਵਿੱਚ ਲੋਕ ਵੱਧ ਆ ਜਾਣ। ਅੱਜ ਵੀ ਕੰਮ ਚੱਲ ਰਿਹਾ। ਆ ਦੇਖੋ ਤੁਸੀਂ ਈਸਾਈ ਮਤ ਵਾਲੇ ਜਿਹੜੇ ਨੇ, ਅੱਜ ਕਿੰਨੀ ਵੱਡੀ ਗਿਣਤੀ ਦੇ ਵਿੱਚ, ਖਾਸ ਕਰਕੇ ਪੰਜਾਬ ਦੀ ਧਰਤੀ ਤੁਸੀਂ ਦੇਖੋਗੇ, ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਆਪਣੇ ਲੈਕਚਰ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਵੰਡ ਰਹੇ ਲੋਕਾਂ ਦੇ ਘਰਾਂ ਵਿੱਚ ਵੀ ਆਹ ਪੜ੍ਹੋ, ਤੁਸੀਂ ਸਾਡੇ ਧਰਮ ਵਿੱਚ ਆਓ, ਤੁਹਾਨੂੰ ਆਹ ਕੁਝ ਦਿੱਤਾ ਜਾਏਗਾ। ਵੀ ਮੇਰੇ ਧਰਮ ਦੇ ਵਿੱਚ ਵੱਧ ਤੋਂ ਵੱਧ ਲੋਕ ਹੋਣੇ ਚਾਹੀਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਮੈਂ ਗਿਣਤੀਆਂ ਨਹੀਂ ਕਰਨੀਆਂ, ਮੈਨੂੰ ਭੀੜ ਦੀ ਜ਼ਰੂਰਤ ਨਹੀਂ, ਇੱਥੇ ਤੇ ਸੱਚ ਵਾਲਿਆਂ ਦੀ ਜ਼ਰੂਰਤ ਹੈ, ਇੱਥੇ ਤੇ ਜਿਹਨਾਂ ਦਾ ਹਿਰਦਾ ਨਿਰਮਲ ਹੈ ਉਹਨਾਂ ਦੀ ਜ਼ਰੂਰਤ ਹੈ। ਇਹ ਘਰ ਨੂੰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਚਲਾ ਰਹੇ ਨੇ। ਛੋਟੀ ਜੀ ਬੇਨਤੀ ਕਰਦੇ ਆ, ਇਤਿਹਾਸ ਤੋਂ ਆਪ ਜੀ ਜਾਣੂ ਕਿ ਚੰਦੂ ਦੀ ਬੇਟੀ ਦਾ ਰਿਸ਼ਤਾ ਕਰਨ ਵਾਸਤੇ ਪ੍ਰੋਧ ਰਿਸ਼ਤਾ ਲੱਭਦਾ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਆਉਂਦਾ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਜਦੋਂ ਨਮਸਕਾਰ ਕੀਤੀ ਤੇ ਸਤਿਗੁਰਾਂ ਦੀਆਂ ਜਿੰਨੀਆਂ ਵੀ ਉਸ ਵੇਲੇ ਦੀਆਂ ਵਡਿਆਈਆਂ ਨੇ ਸੰਗਤ ਦੇ ਕੋਲੋਂ ਸੁਣੀਆਂ ਤੇ ਮਨ ਤਰੁੱਠਿਆ, ਕਹਿਣ ਲੱਗਾ ਕਿਉਂ ਨਾ ਹੋਵੇ ਕਿ ਮੈਂ ਚੰਦੂ ਦੀ ਬੇਟੀ ਦਾ ਰਿਸ਼ਤਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲ ਕਰ ਦਿਆਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਉਹ ਬੇਨਤੀਆਂ ਕਰਦੇ ਨੇ
ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਸ ਵੇਲੇ ਪਿਆਰੇ ਗੁਰਸਿੱਖਾਂ ਦੇ ਨਾਲ ਸਲਾਹ ਮਸ਼ਵਰਾ ਕਰਕੇ ਜੋ ਵੀ ਸੀ ਰਿਸ਼ਤਾ ਪ੍ਰਵਾਨ ਕੀਤਾ ਗਿਆ। ਰਿਸ਼ਤਾ ਪ੍ਰਵਾਨ ਕਰ ਲਿਆ ਗਿਆ। ਪਰ ਜਦੋਂ ਦਿੱਲੀ ਦੀ ਧਰਤੀ ਦੇ ਉੱਤੇ ਜਾ ਕੇ ਉਹ ਵਿਰੋਧ ਜਿਹੜਾ ਸੀ ਚੰਦੂ ਨੂੰ ਭਰੀ ਕਚਹਿਰੀ ਦੇ ਵਿੱਚ ਦੱਸਣਾ ਚਾਹੁੰਦਾ ਕਿ ਮੈਂ ਐਡੇ ਵੱਡੇ ਖਾਨਦਾਨ ਦੇ ਨਾਲ ਤੇਰੀ ਬੱਚੀ ਦਾ ਰਿਸ਼ਤਾ ਜੋੜ ਕੇ ਆਇਆ। ਚੰਦੂ ਨੂੰ ਭਰੀ ਕਚਹਿਰੀ ਵਿੱਚ ਦੱਸਣਾ ਚਾਹੁੰਦਾ। ਕਚਹਿਰੀ ਲੱਗੀ ਤੇ ਪ੍ਰੋਧ ਨੇ ਆ ਕੇ ਦੱਸਿਆ ਵੀ ਚੰਦੂ, ਮੈਂ ਤੇਰੀ ਬੱਚੀ ਦਾ ਰਿਸ਼ਤਾ, ਬੱਚੀ ਦਾ ਨਾਮ ਦਇਆ ਕੌਰ ਦੱਸਿਆ ਗਿਆ ਇਤਿਹਾਸ ਵਿੱਚ। ਚੰਦੂ ਦੀ ਬੱਚੀ ਦਾ ਨਾਮ ਦਇਆ ਕੌਰ ਦੱਸਿਆ ਗਿਆ। ਮੈਂ ਤੇਰੀ ਬੱਚੀ ਦਇਆ ਕੌਰ ਦਾ ਰਿਸ਼ਤਾ ਬਹੁਤ ਵੱਡੇ ਘਰਾਣੇ ਦੇ ਨਾਲ, ਬੜੇ ਵੱਡੇ ਘਰ ਦੇ ਵਿੱਚ ਜੋੜ ਕੇ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਦੀ ਚੱਲੀ ਆ ਰਹੀ ਗੁਰਤਾ ਗੱਦੀ ਦੇ ਉੱਤੇ ਇਸ ਵੇਲੇ ਸੁਭਾਏਮਾਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹਨਾਂ ਦੇ ਸਪੁੱਤਰ ਹਰਗੋਬਿੰਦ ਦੇ ਨਾਲ ਮੈਂ ਤੇਰੀ ਬੱਚੀ ਦਾ ਰਿਸ਼ਤਾ ਜੋੜ ਕੇ ਆਇਆ। ਹੁਣ ਭਰੀ ਕਚਹਿਰੀ ਦੇ ਵਿੱਚ ਚੰਦੂ ਜਿਹੜਾ ਸੀ ਉਹ ਮਾੜੀ ਬੁੱਧੀ ਦੇ ਕਾਰਨ ਕੁਝ ਐਸੇ ਬੋਲ ਬੋਲਦਾ ਜਿਹੜੀ ਸੰਗਤਾਂ ਨੂੰ ਪ੍ਰਵਾਨ ਨਹੀਂ ਹੁੰਦੇ। ਉਹਨੇ ਬੈਠੇ ਬੈਠੇ ਨੇ ਬੋਲ ਬੋਲੇ, ਕਹਿਣ ਲੱਗੇ ਵੀ ਕਿੱਡੇ ਕੁ ਵੱਡੇ ਘਰ ਦੇ ਵਿੱਚ ਤੂੰ ਮੇਰੀ ਬੱਚੀ ਦਾ ਰਿਸ਼ਤਾ ਕਰਕੇ ਆਇਆ ਹੈ। ਅੱਜ ਇਹਨਾਂ ਦੀ ਮਾਣ ਵਡਿਆਈ ਵੱਧ ਗਈ ਦੁਨੀਆ ਦੇ ਅੰਦਰ। ਜੇ ਇਹਨਾਂ ਦਾ ਪਿਛੋਕੜ ਦੇਖੀਏ ਤੇ ਉਹਨਾਂ ਦਾ ਪਿਤਾ ਜਿਹੜਾ ਸੀ ਭਾਵ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਿਤਾ ਵੱਲੋਂ ਕਿਹਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਵੱਲੋਂ ਕਿ ਉਹਨਾਂ ਦੇ ਬਜ਼ੁਰਗ ਜਿਹੜੇ ਸਨ ਉਹ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਰਹੇ। ਤੂੰ ਕਿੱਡੇ ਕੁ ਵੱਡੇ ਘਰ ਦੇ ਵਿੱਚ ਮੇਰੇ ਰਿਸ਼ਤਾ ਕਰਕੇ ਆਇਆ ਬੱਚੀ ਦਾ। ਉਹਨੇ ਕਹਿੰਦੇ ਨੇ ਹੰਕਾਰ ਦੇ ਵਿੱਚ ਆਏ ਨੇ ਗੱਲ ਕਹਿ ਦਿੱਤੀ, ਕਹਿਣ ਲੱਗਾ ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਇਆ। ਜਦੋਂ ਇਹ ਬੋਲ ਗੁਰੂ ਦੀਆਂ ਪਿਆਰੀਆਂ ਸੰਗਤਾਂ ਤੱਕ ਪਹੁੰਚੇ ਨਾ ਤੇ ਗੁਰੂ ਦੀਆਂ ਸੰਗਤਾਂ ਨੇ ਇੱਕ ਪੱਤਰਕਾਰ ਦੇ ਰੂਪ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਭੇਜੀ ਕਿ ਪਾਤਸ਼ਾਹ ਕੁਝ ਵੀ ਹੋ ਜਾਵੇ, ਸਾਡੀ ਬੇਨਤੀ ਹੈ ਕਿ ਚੰਦੂ ਦੀ ਬੱਚੀ ਦਾ ਰਿਸ਼ਤਾ ਗੁਰੂ ਸਾਹਿਬ ਜੀ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੋਣਾ ਚਾਹੀਦਾ। ਗੁਰੂ ਘਰ ਦੇ ਵਿੱਚ ਪ੍ਰਵਾਨ ਨਹੀਂ ਹੋਣਾ ਚਾਹੀਦਾ। ਨਾਲ ਕਾਰਨ ਲਿਖ ਦਿੱਤਾ ਕਿ ਪਾਤਸ਼ਾਹ ਇਹਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੁਹਾਡੇ ਘਰ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨੂੰ ਬਹੁਤ ਨੀਵਾਂ ਵਿਖਾਇਆ। ਇਤਿਹਾਸਕਾਰਾਂ ਨੇ ਬਚਨ ਲਿਖੇ ਨੇ, ਕਹਿੰਦੇ ਆਪ ਚਬਾਰਾ ਬਣਿਓ ਪਾਪੀ, ਆਪ ਚਬਾਰਾ ਬਣਿਓ ਪਾਪੀ, ਗੁਰੂ ਘਰ ਉਸ ਮੋਰੀ ਥਾਪੀ। ਕਹਿਣ ਲੱਗੇ ਗੁਰੂ ਘਰ ਨੂੰ ਬਹੁਤ ਨੀਵਾਂ ਦਿਖਾਉਣ ਵਾਲਾ ਤੇ ਆਪਣੇ ਆਪ ਨੂੰ ਚਬਾਰਾ ਦਿਖਾਉਣ ਵਾਲੇ ਹੰਕਾਰੀ ਦਾ ਰਿਸ਼ਤਾ ਜਿਹੜਾ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਹੋਣਾ ਚਾਹੀਦਾ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਸਿੱਖਾਂ ਦੀਆਂ ਕੀਤੀਆਂ ਹੋਈਆਂ ਬੇਨਤੀਆਂ ਸਦਾ ਹੀ ਪ੍ਰਵਾਨ ਹੁੰਦੀਆਂ ਆਈਆਂ ਨੇ। ਅਸੀਂ ਇਸ ਬੱਚੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਾਂਗੇ। ਇਹ ਗੱਲ ਤੋਂ ਕਾਰਨ ਬਣਿਆ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਹੈ। ਜਦੋਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹਾਦਤ ਦੇਣ ਵਾਸਤੇ ਲਾਹੌਰ ਦੀ ਧਰਤੀ ਤੇ ਜਾਂਦੇ ਨੇ ਤੇ ਸਤਿਗੁਰੂ ਜੀ ਨਿਯੁਕਤ ਕਰਕੇ ਜਾਂਦੇ ਨੇ। ਅਜੇ ਗੁਰਤਾ ਗੱਦੀ ਉੱਤੇ ਸੁਭਾਏਮਾਨ ਨਹੀਂ ਕੀਤਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਿਯੁਕਤ ਕਰਕੇ ਜਾਂਦੇ ਨੇ ਕਿ ਸਾਡੇ ਤੋਂ ਬਾਅਦ ਗੁਰਤਾ ਗੱਦੀ ਦੇ ਉੱਤੇ ਜੇ ਸੁਭਾਏਮਾਨ ਹੋਣਗੇ ਤੇ ਉਹ ਸਾਡੇ ਪੁੱਤਰ ਹਰਗੋਬਿੰਦ ਹੋਣਗੇ। ਜੇ ਇੱਕ ਹੋਰ ਬੇਨਤੀ ਕਰਾਂ, ਜਦੋਂ ਆਪਾਂ ਗੁਰੂ ਸਾਹਿਬਾਂ ਦਾ ਪਾਵਨ ਜੀਵਨ ਪੜ੍ਹਦੇ ਆ ਨਾ, ਬਹੁਤੇ ਗੁਰੂ ਸਾਹਿਬਾਨਾਂ ਦਾ ਜਿਹੜਾ ਜੀਵਨ ਹੈ ਨਾ ਉਹ ਭਰ ਜਵਾਨੀ ਤੋਂ ਪਹਿਲਾਂ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋਏ ਨੇ। ਦੁਨੀਆ ਸੰਸਾਰ ਕਹਿ ਰਿਹਾ, ਸੰਸਾਰ ਦੇ ਵਿੱਚ ਅੱਜ ਵੀ ਤੁਸੀਂ ਝਾਤ ਮਾਰ ਕੇ ਦੇਖੋ, ਜਦੋਂ ਮਨੁੱਖ ਗੁੰਮਰਾਹ ਹੁੰਦਾ ਹੈ ਉਦੋਂ ਜਵਾਨੀ ਪਹਿਰੇ ਵਿੱਚ ਹੁੰਦਾ ਹੈ। ਜਦੋਂ ਜਵਾਨੀ ਚੜ੍ਹਦੀ ਹੈ ਨਾ ਉਦੋਂ ਗੁੰਮਰਾਹ ਹੁੰਦਾ ਹੈ, ਉਦੋਂ ਵਿਕਾਰੀ ਬਣਦਾ ਹੈ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਝਾਤ ਮਾਰਦੇ ਆ, ਇੱਥੇ ਜਿਵੇਂ ਜਿਵੇਂ ਜਵਾਨੀ ਚੜ੍ਹਦੀ ਏ ਉਵੇਂ ਉਵੇਂ ਗੁਰੂ ਦੇ ਨਾਮ ਦੀ, ਗੁਰੂ ਦੀ ਬਾਣੀ ਦੀ, ਗੁਰੂ ਦੇ ਗੁਣਾਂ ਦੀ ਰੰਗਤ ਚੜ੍ਹਦੀ ਹੈ। ਉਵੇਂ ਉਵੇਂ ਜੀਵਨ ਦੇ ਵਿੱਚ ਪਰਪੱਕ ਹੁੰਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਜਿਹੜਾ ਜਨਮ ਹੈ ਨਾ ਉਹ 1595 ਦੇ ਵਿੱਚ ਹੁੰਦਾ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਜਿਹੜੀ ਸ਼ਹਾਦਤ ਹੈ ਉਹ 1606 ਦੇ ਵਿੱਚ ਹੁੰਦੀ ਹੈ। ਇਹਦਾ ਅਰਥ ਕਿ 11 ਕੁ ਸਾਲ ਦੀ ਉਮਰ ਹੈ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ।
ਸਤਿਗੁਰੂ ਜੀ ਲਾਹੌਰ ਵਿੱਚ ਜਾਂਦੇ ਨੇ ਸ਼ਹਾਦਤ ਦੇਣ ਵਾਸਤੇ, ਤੇ ਸਤਿਗੁਰੂ ਜੀ ਨਿਯੁਕਤ ਕਰਕੇ ਜਾਂਦੇ ਨੇ ਕਿ ਸਾਡੇ ਤੋਂ ਬਾਅਦ ਸਾਡੇ ਸਪੁੱਤਰ ਹਰਗੋਬਿੰਦ ਸਾਹਿਬ ਬੰਦੀ ਛੋੜ ਦਾਤਾ ਜਿਨ੍ਹਾਂ ਨੇ ਬਾਅਦ ਵਿੱਚ ਆ ਕੇ ਬਣਨਾ ਹੈ, ਉਹ ਗੁਰਤਾ ਗੱਦੀ ਉੱਤੇ ਸੁਭਾਈਮਾਨ ਹੋਣਗੇ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਾਹੌਰ ਦੀ ਧਰਤੀ ਉੱਤੇ ਗਏ। ਉਹਨਾਂ ਦੀਆਂ ਇਸ ਤਰ੍ਹਾਂ ਕਹਿ ਲਈਏ ਜਿੰਨੇ ਵੀ ਸਵਾਲ ਸੀ ਸਤਿਗੁਰਾਂ ਨੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਨਾ ਕਿ ਜਿਹੜੀ ਹਵਾ ਹੁੰਦੀ ਹੈ ਨਾ, ਹਵਾ ਅੱਗ ਲਗਾਉਂਦੀ ਨਹੀਂ, ਪਰ ਜੇ ਕਿਤੇ ਅੱਗ ਲੱਗ ਜਾਵੇ ਤੇ ਹਵਾ ਅੱਗ ਬੁੱਝਣ ਨਹੀਂ ਦਿੰਦੀ। ਜਿਹੜੇ ਉਸ ਵੇਲੇ ਦੇ ਚੁਗਲਖੋਰ ਨੇ ਨਾ, ਚੰਦੂ ਪਾਪੀ ਵਰਗੇ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤਾਂ ਉਹਨਾਂ ਨੂੰ ਆਪਣੇ ਪਵਿੱਤਰ ਬਚਨ ਸੁਣਾ ਕੇ ਇਹ ਨਿਹਾਲ ਕਰ ਦਿੰਦੇ ਨੇ, ਪਰ ਚੰਦੂ ਫੇਰ ਆਉਂਦਾ, ਉਹ ਹਵਾ ਦਾ ਕੰਮ ਕਰਦਾ, ਉਹ ਵਾਰ-ਵਾਰ ਆ ਕੇ ਕਹਿੰਦਾ ਕਿ ਇਹਨਾਂ ਨੇ ਤੁਹਾਡੇ ਧਰਮ ਦੇ ਖਿਲਾਫ, ਉਹਨਾਂ ਨੇ ਜਿਹੜੀ ਬਾਣੀ ਲਿਖੀ ਆ ਉਹਦੇ ਵਿੱਚ ਤੁਹਾਡੇ ਧਰਮ ਖਿਲਾਫ ਬੜੇ ਬਚਨ ਲਿਖੇ, ਤੁਹਾਡੇ ਧਰਮ ਨੂੰ ਬਹੁਤ ਨੀਵਾਂ ਦਿਖਾਇਆ। ਖੈਰ ਇਸ ਤਰ੍ਹਾਂ ਦੇ ਕਈ ਕਾਰਨ ਬਣੇ, ਮੈਂ ਜੋ ਉਸ ਪਾਸੇ ਨਹੀਂ ਜਾਣਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਆਪਾਂ ਜੀਵਨ ਵਿਚਾਰਨਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਹਾਦਤ ਦਿੰਦੇ ਨੇ ਤੇ ਅੰਮ੍ਰਿਤਸਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਉੱਤੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬਾਬਾ ਬੁੱਢਾ ਜੀ ਵੱਲੋਂ ਗੁਰਤਾ ਗੱਦੀ ਉੱਤੇ ਸੁਭਾਏਮਾਨ ਕੀਤਾ ਜਾਂਦਾ ਹੈ। ਤੇ ਸਤਿਗੁਰਾਂ ਦੀਆਂ ਪਾਵਨ ਬਾਣੀ ਦੀਆਂ ਪੋਥੀਆਂ ਜਿਹੜੀਆਂ ਸਨ, ਮਾਫ ਕਰਨਾ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਭਾਏਮਾਨ ਨੇ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜਿਹੜੀ ਇਹ ਦਾਤ ਸੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਝੋਲੀ ਵਿੱਚ ਪਾਈ ਜਾਂਦੀ ਹੈ। ਜਦੋਂ ਦਾਤ ਝੋਲੀ ਵਿੱਚ ਪਾਈ, ਗੁਰਤਾ ਗੱਦੀ ਦੇ ਉੱਤੇ ਸੁਭਾਏਮਾਨ ਹੋ ਕਰਕੇ, ਤੇ ਆਪਾਂ ਬਚਨ ਅੱਗੇ ਪੜ੍ਹਦੇ ਹਾਂ ਕਿ ਜਿਹੜਾ ਪਹਿਲਾ ਕਾਰਜ ਸੀ ਉਹ ਇਹ ਕੀਤਾ ਗਿਆ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵੱਲੋਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ 2 ਤਲਵਾਰਾਂ ਜਿਹੜੀਆਂ ਸਨ ਉਹਨਾਂ ਦੇ ਤਨ ਦੇ ਉੱਤੇ ਪਹਿਨੀਆਂ ਗਈਆਂ। ਸਭ ਤੋਂ ਪਹਿਲਾ ਕਾਰਜ ਸੀ, ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਲਾਹੌਰ ਦੀ ਧਰਤੀ ਤੇ ਜਾਣ ਤੋਂ ਪਹਿਲਾਂ ਇਹ ਬਖਸ਼ਿਸ਼ ਕਰਕੇ ਗਏ ਸਨ ਕਿ ਜੇ ਸਾਨੂੰ ਰੱਬ ਨੂੰ ਧਿਆਉਂਦਿਆਂ ਹੋਇਆਂ ਸ਼ਾਂਤਮਈ ਢੰਗ ਦੇ ਨਾਲ ਰੱਬ ਨੂੰ ਧਿਆ ਰਹੇ ਆ, ਸਾਡਾ ਕਿਸੇ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਤਕਰਾ ਨਹੀਂ, ਤੇ ਜੇ ਸਾਨੂੰ ਇਸ ਤਰ੍ਹਾਂ ਵੀ ਇਹਨਾਂ ਨੇ ਰੱਬ ਨੂੰ ਨਹੀਂ ਧਿਆਉਣ ਦੇਣਾ, ਨਾਮ ਨਹੀਂ ਜਪਣ ਦੇਣਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਦਾਨੇ ਜੰਗ ਹੋਣਗੇ ਤੇ ਮੈਦਾਨੇ ਜੰਗ ਦੇ ਵਿੱਚ ਸ਼ਮਸ਼ੀਰਾਂ ਖੜਕਣਗੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋ ਕਰਕੇ 2 ਤਲਵਾਰਾਂ ਤਨ ਦੇ ਉੱਤੇ ਪਹਿਨ ਲੈਂਦੇ ਨੇ। ਇੱਥੇ ਇੱਕ ਹੋਰ ਬੇਨਤੀ ਕਰਦੇ ਹਾਂ, ਅੱਜ ਭਾਵੇਂ ਅਸੀਂ ਕਿਰਪਾਨ ਦਾ ਜਿਹੜਾ ਮਤਲਬ ਹੈ ਜੋ ਮਰਜ਼ੀ ਬਣਾਈ ਚੱਲੀਏ, ਕਿਰਪਾਨ ਜਦੋਂ ਗੁਰੂ ਦੇ ਕੋਲ ਆਈ ਹੈ ਨਾ, ਜਦੋਂ ਦੀ ਕਿਰਪਾਨ ਗੁਰੂ ਦੇ ਕੋਲ ਆਈ ਹੈ, ਉਦੋਂ ਗੁਰੂ ਦੀ ਜਦੋਂ ਕਿਰਪਾਨ ਨਿਕਲਦੀ ਹੈ ਕਿਸੇ ਦੁਸ਼ਮਣ ਵਾਸਤੇ ਨਹੀਂ ਨਿਕਲਦੀ। ਤੁਸੀਂ ਆਪਾਂ ਪਿਛਲੇ ਸਮੇਂ 'ਚ ਵਿਚਾਰਿਆ ਸਾਰੇ ਜੰਗਾਂ ਦਾ ਹਾਲ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੰਗ ਵੀ ਵਿਚਾਰੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੰਗ ਵੀ ਵਿਚਾਰੇ ਨੇ। ਜਦੋਂ ਸਿੱਖ ਦੀ ਜਾਂ ਗੁਰੂ ਦੀ ਕਿਰਪਾਨ ਨਿਕਲਦੀ ਹੈ ਉਹ ਕਿਸੇ ਦੁਸ਼ਮਣ ਵਾਸਤੇ ਨਹੀਂ ਨਿਕਲਦੀ। ਜਦੋਂ ਗੁਰੂ ਦੀ ਕਿਰਪਾਨ ਨਿਕਲਦੀ ਹੈ ਨਾ, ਗੁਰੂ ਦੀ ਕਿਰਪਾਨ ਦੇ ਵਿੱਚੋਂ ਪਿਆਰੇ ਨਿਕਲਦੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾਨ ਨਿਕਲੀ ਤੇ ਸਤਿਗੁਰਾਂ ਦੀ ਕਿਰਪਾਨ ਦੇ ਵਿੱਚੋਂ 5 ਪਿਆਰੇ ਨਿਕਲੇ। ਮੈਦਾਨੇ ਜੰਗ ਦੇ ਵਿੱਚ ਵੀ ਜੇ ਕਿਰਪਾਨਾਂ ਨਿਕਲੀਆਂ ਤੇ ਸਤਿਗੁਰਾਂ ਦੇ ਪੂਰੇ ਜੀਵਨ ਕਾਲ ਪੜ੍ਹ ਕੇ ਦੇਖ ਲਿਓ, ਇੱਕ ਵੀ ਐਸੀ ਜੰਗ ਨਹੀਂ ਜਿੱਥੇ ਸਤਿਗੁਰਾਂ ਨੇ ਆਪ ਜਾ ਕੇ ਚੜ੍ਹਾਈ ਕੀਤੀ ਹੋਵੇ। ਹੁਣ ਜਦੋਂ ਕੋਈ ਦੂਜਾ ਚੜ੍ਹ ਕੇ ਹੀ ਸਾਡੇ ਘਰ ਦੇ ਵਿੱਚ ਆ ਜਾਏ, ਫਿਰ ਉਹਨੂੰ ਜਵਾਬ ਦੇਣਾ ਤੇ ਬਣਦਾ। ਸਤਿਗੁਰਾਂ ਨੂੰ 2 ਕਿਰਪਾਨਾਂ ਜਿਹੜੀਆਂ ਸਨ ਉਹ ਤਨ ਦੇ ਉੱਤੇ ਸਜਾਈਆਂ ਗਈਆਂ। ਸਤਿਗੁਰੂ ਜੀ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋਏ। ਜਿਹੜੀ ਸਿੱਖਿਆ ਆਪ ਸਤਿਕਾਰਯੋਗ ਬਾਬਾ ਬੁੱਢਾ ਜੀ ਦੇ ਕੋਲੋਂ ਸਾਰਾ ਕੁਝ ਪ੍ਰਾਪਤ ਕੀਤਾ ਸੀ, ਬਾਬਾ ਬੁੱਢਾ ਜੀ ਕਦੇ ਇੱਕ ਇੱਕ ਗੱਲ ਜਿਹੜੀ ਹੈ ਵਿਚਾਰਨਯੋਗ ਹੈ, ਕਿੰਨੀ ਵੱਡੀ ਹਸਤੀ ਦੇ ਮਾਲਕ ਹੋਣਗੇ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਦੀ ਡਿਊਟੀ ਲਗਾਈ ਵੀ ਤੁਸੀਂ ਮੇਰੇ ਪੁੱਤਰ ਹਰਗੋਬਿੰਦ ਨੂੰ ਹਰ ਤਰ੍ਹਾਂ ਦੀ ਵਿਦਿਆ ਦੇ ਵਿੱਚ ਨਿਪੁੰਨ ਕਰਨਾ ਹੈ। ਉਹਨਾਂ ਨੇ ਅੱਖਰੀ ਵਿਦਿਆ ਵੀ ਦਿੱਤੀ,
उन्होंने शस्त्र विद्या भी बाबा बुढ़ा जी ने शस्त्र विद्या के टीचर जेडे ने बाबा बुढ़ा जी ने धन गुरु हरगोबिंद साहब महाराज जी ने कितनी वड्डी शख्सियत के मालक होणगे पर असीं वो गल्लां छुपा के रख दित्तियां असीं ते दुनिया नूं दसना समा आया सतगुरां ने फौजां तैयार करनियां शुरू कर दित्तियां रहमत कीती सब तो पहला जिहड़ा कारज सी वो अकाल तख्त साहब जी की स्थापना की गई। एक छोटी जी बेनती करके समाप्ति करांगा बाकी जीवन जिहड़ा आपां अगले समय विच विचारांगे। जिस वेले अकाल तख्त जिहड़ा तुसीं आप जाके दर्शन करदे हो इत्थे पहला उस समय गुरु हरगोबिंद साहब महाराज जी वालों एक थड़ा बनवाया गया सी जिथे बह के सच दे फैसले किए जाने ने ते ओदी जिहड़ी सेवा सी ना थड़ा बनाउण दी जिहड़ी सेवा सी वो दो ही गुरु के प्यारे सिखां ने कीती है। वो है धन बाबा बुढ़ा जी ते भाई गुरदास जी जिहड़ा सब तो पहला अकाल तख्त साहब जी का थड़ा बनाया गया ਉਹਦੇ ਵਿੱਚ ਹੋਰ ਕਿਸੇ ਦੀ ਸਤਿਗੁਰਾਂ ਨੇ ਸੇਵਾ ਨਹੀਂ ਲਾਈ ਕੇਵਲ ਤੇ ਕੇਵਲ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਲਗਾਈ। ਬਾਬਾ ਬੁੱਢਾ ਜੀ ਨੂੰ ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਾਬਾ ਬੁੱਢਾ ਜੀ ਜਿਸ ਤਰ੍ਹਾਂ ਤੁਹਾਡੇ ਵਿੱਚ ਨੱਕੋ ਨੱਕ ਸਿੱਖੀ ਭਰੀ ਪਈ ਏ ਇਸ ਸਮੇਂ ਤੱਕ ਬਾਬਾ ਬੁੱਢਾ ਜੀ 6 ਗੁਰੂ ਸਾਹਿਬਾਨਾਂ ਦੇ ਦਰਸ਼ਨ ਕਰ ਚੁੱਕੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਸਮਾਂ ਆ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸ਼ਰਨ ਵਿੱਚ ਲੈ ਕੇ ਆਏ ਸੀ 6 ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਸ਼ੋਭ ਪ੍ਰਾਪਤ 5 ਗੁਰੂ ਸਾਹਿਬਾਨਾਂ ਨੂੰ ਗੁਰਤਾ ਗੱਦੀ ਉੱਤੇ ਸੁਭਾਏ ਮਾਣ ਕਰਨ ਦਾ ਇਸ ਵੇਲੇ ਤੱਕ ਮਾਣ ਹੈ। ਬਾਬਾ ਬੁੱਢਾ ਜੀ ਇਹ ਜਿਹੜਾ ਅਕਾਲ ਤਖਤ ਸਾਹਿਬ ਜੀ ਦਾ ਥੜਾ ਬਣਾਉਣਾ ਹੈ ਜਿੱਦਾਂ ਤੁਹਾਡੇ ਵਿੱਚ ਸਿੱਖੀ ਨੱਕੋ ਨੱਕ ਭਰੀ ਹੈ ਨਾ ਇੱਥੇ ਵੀ ਇੰਨੀ ਸੱਚਾਈ ਭਰ ਦਿਓ ਕਿ ਇੱਥੇ ਜਿਹੜਾ ਫੈਸਲਾ ਹੋਵੇ ਉਹ ਸੱਚ ਦਾ ਹੀ ਹੋਵੇ। ਥੜਾ ਬਣਿਆ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਪਹਿਲੇ ਜਥੇਦਾਰ ਥਾਪੇ ਉਹਨੇ ਭਾਈ ਗੁਰਦਾਸ ਜੀ ਜਿਨ੍ਹਾਂ ਦੀਆਂ ਵਾਰਾਂ ਪੜ੍ਹਦੇ ਹੋ ਆਪ ਜੀ ਜਿਨ੍ਹਾਂ ਦੇ ਸਵਈਏ ਪੜ੍ਹਦੇ ਹੋ ਆਪ ਜੀ ਉਹ ਪਹਿਲੇ ਜਥੇਦਾਰ ਜਿਹੜੇ ਸਨ ਅਕਾਲ ਤਖਤ ਜੀ ਦੇ ਥਾਪੇ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੱਲੋਂ ਵੀ ਜੋ ਫੈਸਲਾ ਜਥੇਦਾਰ ਭਾਈ ਗੁਰਦਾਸ ਜੀ ਕਰਨਗੇ ਉਹ ਅਟੱਲ ਫੈਸਲਾ ਹੋਵੇਗਾ ਹਰ ਇੱਕ ਨੂੰ ਮੰਨਣਾ ਪਵੇਗਾ। ਇਹ ਸੱਚ ਦੇ ਫੈਸਲੇ ਦੇਣ ਵਾਸਤੇ ਅਕਾਲ ਤਖਤ ਬਣਾਇਆ ਗਿਆ ਸੀ। ਬਾਕੀ ਤਖਤ ਜਿਹੜੇ 4 ਤਖਤ ਹੋਰ ਨੇ ਜਿਹੜੇ ਉਹਨਾਂ ਦੇ ਨਾਲ ਤਖਤ ਸ਼ਬਦ ਜਿਹੜਾ ਉਹ ਸਿੱਖ ਸੰਗਤ ਨੇ ਲਗਾਇਆ ਪਰ ਜਿਹੜਾ ਅਕਾਲ ਤਖਤ ਹੈ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਥਾਪਿਤ ਕੀਤਾ ਤੇ ਇਹ ਤਖਤ ਸਤਿਗੁਰਾਂ ਨੇ ਅਕਾਲ ਤਖਤ ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਦਿੱਤਾ ਹੋਇਆ ਨਾਮ ਹੈ। ਇੱਥੇ ਸੱਚ ਦੇ ਫੈਸਲੇ ਹੋਣਗੇ ਪਰ ਸਮਾਂ ਪਾ ਕੇ ਨਾ ਉਹ ਸਿੱਖੀ ਰਹੀ ਤੇ ਐਦਾਂ ਕਹਿ ਲਈਏ ਕਿ ਅੱਜ ਉਸ ਥਾਂ ਦੇ ਉੱਤੇ ਜਿਹੜੇ ਫੈਸਲੇ ਨੇ ਉਹ ਵੀ ਉਹ ਨਹੀਂ ਰਹੇ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਹੇ ਸੀ। ਕਿਵੇਂ ਕਿਵੇਂ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੱਜ ਇਹ ਜੀਵਨ ਵਿਚਾਰਦੇ ਆ ਆਪਾਂ ਜੰਗਾਂ ਵਾਲੇ ਪਾਸੇ ਨਹੀਂ ਜਾਣਾ ਅਗਲਾ ਸਮਾਂ ਵਿਚਾਰਨਾ ਸਤਿਗੁਰੂ ਜੀ ਕਿਵੇਂ ਗਵਾਲੀਅਰ ਦੀ ਧਰਤੀ ਦੇ ਉੱਤੇ ਜਾਂਦੇ ਨੇ ਕਿਵੇਂ ਕਿਵੇਂ ਸਤਿਗੁਰੂ ਜੀ ਕਿੰਨਾ ਸਮਾਂ ਉਸ ਗਵਾਲੀਅਰ ਦੇ ਕਿਲੇ ਵਿੱਚ ਰਹਿ ਕੇ ਕਿਵੇਂ ਕਿਵੇਂ 52 ਰਾਜਿਆਂ ਨੂੰ ਛਡਾ ਕੇ ਸਤਿਗੁਰੂ ਜੀ ਬੰਦੀ ਛੋੜ ਦਾਤਾ ਬਣਦੇ ਨੇ। ਜਿਹੜਾ ਸਿੱਖ ਜਗਤ ਦੇ ਵਿੱਚ ਦੀਵਾਲੀ ਦਾ ਤਿਉਹਾਰ ਹੈ ਉਹ ਬੰਦੀ ਛੋੜ ਦੇ ਨਾਮ ਦੇ ਉੱਤੇ ਮਨਾਇਆ ਜਾਂਦਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਮ ਤੇ ਮਨਾਇਆ ਜਾਂਦਾ ਹੈ। ਇਹ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਆਪਾਂ ਅਗਲੇ ਆਉਣ ਵਾਲੇ ਸਮੇਂ ਵਿੱਚ ਸਾਰੇ ਜਣੇ ਮਿਲ ਕੇ ਕਰਾਂਗੇ ਜੀ। ਸਭ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਵੱਧ ਚੜ ਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰਿਆ ਕਰੋ ਕਿਉਂਕਿ ਕਦੇ ਕਦੇ ਸਮਾਂ ਬਣਦਾ ਜਦੋਂ ਆਪਾਂ ਇਤਿਹਾਸ ਦੀ ਪੜਚੋਲ ਕਰਦੇ ਹਾਂ ਤੇ ਜਿਹੜੇ ਹਿਸਾਬ ਦੇ ਨਾਲ ਮੈਂ ਇੱਕ ਇੱਕ ਗੱਲ ਨੂੰ 3-3 4-4 ਵਾਰੀ ਜਿਹੜਾ ਉਹ ਵਾਰ-ਵਾਰ ਰਿਪੀਟ ਕਰਦਾ ਕਾਰਨ ਇੱਕ ਹੀ ਹੈ ਕਿ ਸਾਨੂੰ ਸਮਝ ਲੱਗ ਸਕੇ ਸਾਨੂੰ ਗੁਰੂ ਸਾਹਿਬਾਂ ਦੇ ਜੀਵਨ ਦੀ ਸਮਝ ਲੱਗ ਸਕੇ ਉਹਨਾਂ ਦੇ ਕੀਤੇ ਹੋਏ ਸਾਡੇ ਕਰਕੇ ਪਰਉਪਕਾਰਾਂ ਦੀ ਸਮਝ ਲੱਗ ਸਕੇ ਉਹਨਾਂ ਪਰਉਪਕਾਰਾਂ ਨੂੰ ਅਸੀਂ ਜੀਵਨ ਦੇ ਵਿੱਚ ਵਸਾ ਕੇ ਆਪਣੇ ਘਰਾਂ ਦੇ ਵਿੱਚ ਆਪਣੇ ਜੀਵਨ ਵਿੱਚ ਲਾਗੂ ਕਰ ਸਕੀਏ। ਤੇ ਹੋਣਾ ਤਾਂ ਹੈ ਜੇ ਆਪਾਂ ਬੜੇ ਪਿਆਰ ਨਾਲ ਜਿੱਦਾਂ ਅੱਜ ਬੈਠੇ ਹੋ ਸੰਗਤ ਭਾਵੇਂ ਘੱਟ ਹੈ ਪਰ ਜਿਨ੍ਹਾਂ ਨੇ ਸੁਣੀ ਹੈ ਉਹ ਪਤਾ ਲੱਗ ਜਾਂਦਾ ਕਿੰਨੇ ਟਿਕਾ ਦੇ ਵਿੱਚ ਬਹਿ ਕੇ ਆਪਾਂ ਸਾਰਾ ਕੁਝ ਇਹ ਸਾਰੇ ਜਿਹੜੇ ਆਪਾਂ ਵਿਚਾਰ ਰਹੇ ਆ ਕਿਤੇ ਵੀ ਦਾਸ ਦੇ ਕੋਲੋਂ ਉਕਾਈ ਰਹਿ ਜਾਏ ਤੇ ਉਹ ਆਪ ਜੀ ਬਾਅਦ ਵਿੱਚ ਦਾਸ ਨੂੰ ਦੱਸ ਸਕਦੇ ਹੋ। ਉਹ ਮੈਂ ਗੱਲ ਅਗਲੀ ਕਥਾ ਦੇ ਵਿੱਚ ਜ਼ਰੂਰ ਰਿਪੀਟ ਕਰਾਂਗਾ ਕਿਉਂਕਿ ਅਗਾਧ ਬੋਧ ਜੀਵਨ ਹੈ ਤੇ ਅੱਜ ਦਾ ਸਮਾਂ ਜਿਹੜਾ ਪੜ੍ਹਿਆ ਲਿਖਿਆ ਵਰਗ ਹੈ ਤੇ ਮੇਰੇ ਤੋਂ ਕਈ ਵੱਡੀ ਉਮਰਾਂ ਦੇ ਬਜ਼ੁਰਗ ਬੈਠੇ ਨੇ ਉਹਨਾਂ ਨੇ ਕਈ ਵਾਰੀ ਇਤਿਹਾਸ ਸੁਣਿਆ ਹੁੰਦਾ ਹੈ
ਤੇ ਜਿੱਥੇ ਵੀ ਕੋਈ ਰਹਿ ਜਾਏ ਉਹ ਦਾਸ ਨੂੰ ਉੱਥੇ ਜ਼ਰੂਰ ਪ੍ਰੇਰਿਤ ਕਰਿਓ, ਤਾਂ ਜੋ ਕਿ ਮੇਰੀ ਵੀ ਗਿਆਨ ਦੇ ਵਿੱਚ ਵਾਧਾ ਹੋ ਸਕੇ। ਆਓ ਸਾਰੇ ਜਣੇ ਮਿਲ ਕੇ ਆਨੰਦ ਸਾਹਿਬ 6 ਪੌੜੀਆਂ ਦਾ ਜਾਪ ਉਪਰੰਤ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ। ਹੋਈਆਂ ਬੇਅੰਤ ਭੁੱਲਾਂ ਤੋਂ ਖੇਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।